अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਤੇ ਅੱਜ ਦੀ ਗੱਲ ਵੇਲੇ ਦੀ ਕਿਲਾ ਰਵਾਤ। ਰਵਾਤ ਪਿੰਡੀ ਦੇ ਨਾਲ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਹੜਾ ਕਿਲਾ ਰੋਹਤਾਸ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ। ਰਵਾਤ ਲਫ਼ਜ਼ ਅਰਬੀ ਦਾ ਰਬਾਤ ਤੋਂ ਨਿਕਲਿਆ ਹੈ ਜਿਹਦਾ ਮਾਣਾ ਕਾਰਵਾਂ ਸਰਾਏ। ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਹੋਟਲਾਂ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਉਸ ਜ਼ਮਾਨੇ ਦੇ ਵਿੱਚ ਜਿਹੜੇ ਵੀ ਉਸ ਇਲਾਕੇ ਦੇ ਬਾਦਸ਼ਾਹ ਹੁੰਦੇ ਸੀ ਸਰਕਾਰੀ ਸਤ੍ਹਾ ਦੇ ਉੱਤੇ ਕੁਝ ਸਰਾਵਾਂ ਬਣਾਉਂਦੇ ਸੀ ਤਾਂ ਕਿ ਆਉਣ ਜਾਣ ਵਾਲੇ ਮੁਸਾਫਰਾਂ ਤੇ ਉਹਨਾਂ ਦੇ ਫੌਜੀਆਂ ਜਾਂ ਸਰਕਾਰੀ ਕੋਈ ਵੀ ਜਿਹੜੇ ਉਹਨਾਂ ਦੇ ਹਰਕਾਰੇ ਹੁੰਦੇ ਸੀ ਉਹਨਾਂ ਦੇ ਰਹਿਣ ਬਹਿਣ ਤੇ ਖਾਣ ਪੀਣ ਦਾ ਟਿਕਾਣਾ ਸਰਾਏ ਦੀ ਸੂਰਤ ਦੇ ਵਿੱਚ ਮੌਜੂਦ ਹੁੰਦਾ ਸੀ। ਕਿਲਾ ਰਵਾਤ ਤਾਰੀਖੀ ਇਤਬਾਰ ਦੇ ਨਾਲ 15ਵੀਂ ਸਦੀ ਈਸਵੀ ਦੇ ਵਿੱਚ ਸ਼ੁਰੂ ਦੇ ਵਿੱਚ ਤਾਮੀਰ ਕੀਤਾ ਗਿਆ ਔਰ ਉਸ ਟਾਈਮ ਸਲਾਤੀਨੇ ਦਿੱਲੀ ਦੀ ਹਕੂਮਤ ਸੀ। ਇਹ ਕਿਲੇ ਦੇ ਬਾਰੇ ਅਗਰ ਥੋੜਾ ਜਿਹਾ ਮੈਂ ਦੱਸਾਂ, ਇਹ ਕਿਲਾ 3 ਦਰਵਾਜ਼ਿਆਂ ਦੇ ਉੱਤੇ ਮੁਹੀਤ ਹੈ ਔਰ ਇਹਦਾ ਜਿਹੜਾ ਮੇਨ ਦਰਵਾਜ਼ਾ ਹੈ ਉਹ ਚੜ੍ਹਦੇ ਪਾਸੇ ਖੁੱਲ੍ਹਾ ਹੈ ਤਾਂ ਜੇ ਦੂਜੇ 2 ਦਰਵਾਜ਼ੇ ਦੱਖਣ ਪਹਾੜ ਵਾਲੇ ਪਾਸੇ ਖੁੱਲ੍ਹੇ। ਇਸ ਟਾਈਮ ਸਾਹਮਣੇ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਨੇ ਆ ਛੋਟੇ ਛੋਟੇ ਸਰਾਵਾਂ, ਇਹ ਬੇਸਿਕਲੀ ਉਹ ਛੋਟੇ ਛੋਟੇ ਕਮਰਾਨੁਮਾ ਸਰਾਂ ਬਣਾਏ ਜਾਂਦੇ ਸਨ ਜਦੋਂ ਕਿ ਬਹੁਤ ਬੜੇ ਬੜੇ ਕਾਫਲੇ ਵੀ ਆ ਕੇ ਠਹਿਰਦੇ ਸਨ ਤੇ ਉਹ ਆ ਕੇ ਆਪਣੀ ਆਪਣੀ ਜਗ੍ਹਾ ਦੇ ਵਿੱਚ ਟਿਕਾਣਾ ਕਰ ਲੈਂਦੇ। ਇਹਨਾਂ ਸਰਾਵਾਂ ਦਾ ਕਮਾਲ ਇਹ ਹੁੰਦਾ ਸੀ ਕਿ ਇਹ ਠੰਡ ਦੇ ਵਿੱਚ ਗਰਮ ਤੇ ਗਰਮੀਆਂ ਦੇ ਵਿੱਚ ਠੰਡੀਆਂ ਰਹਿੰਦੀਆਂ ਸੀ। ਵਜ੍ਹਾ ਬੜੀ ਸਾਦਾ ਹੈ ਕਿ ਏਡੀਆਂ ਮੋਟੀਆਂ ਦੀਵਾਰਾਂ ਜਿਹਦੇ ਉੱਤੇ ਬਾਹਰ ਦੇ ਮੌਸਮੀ ਅਸਰਾਤ ਤੇ ਦੂਰ ਦੀ ਗੱਲ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਇਹਦੇ ਵਿੱਚੋਂ ਦੀ ਬਰੂਦ ਵੀ ਸ਼ਾਇਦ ਅਸਰ ਨਾ ਕਰੇ। ਏਡੀਆਂ ਮਜ਼ਬੂਤ ਤੇ ਮੋਟੀਆਂ ਦੀਵਾਰਾਂ ਇਹਨਾਂ ਸਰਾਵਾਂ ਦੀਆਂ ਬਣੀਆਂ ਹੋਈਆਂ। ਇਸ ਟਾਈਮ ਇਸ ਸਰਾਂ ਦੇ ਵਿੱਚੋਂ ਅਗਰ ਤੁਸੀਂ ਦੇਖੋ ਤੇ ਇਹ ਜਨਾਬ ਜਿਹੜਾ ਪਹਾੜ ਵਾਲੇ ਪਾਸੇ ਦਰਵਾਜ਼ਾ ਉਹ, ਜਦਕਿ ਮੇਨ ਮਰਕਜ਼ੀ ਦਰਵਾਜ਼ਾ ਇਹਦਾ ਚੜ੍ਹਦੇ ਪਾਸੇ। ਅੱਛਾ, ਇਸ ਕਿਲੇ ਦੇ ਬਾਰੇ ਇੱਕ ਚੀਜ਼ ਮਸ਼ਹੂਰ ਹੈ ਕਿ ਇਹ ਕਿਲਾ ਕਿਸੇ ਜ਼ਮਾਨੇ ਦੇ ਵਿੱਚ ਤਾਰੀਖੀ ਇਤਬਾਰ ਨਾਲ ਕੁਝ ਲੋਕ ਇਹਨੂੰ ਸੁਲਤਾਨ ਮਹਿਮੂਦ ਗਜ਼ਨਵੀ ਦੇ ਪੁੱਤਰ ਸੁਲਤਾਨ ਮਸੂਦ ਦੇ ਨਾਂ ਨਾਲ ਵੀ ਜੋੜਦੇ ਨੇ, ਲੇਕਿਨ ਉਹ ਜ਼ਮਾਨਾ 1036 ਈਸਵੀ ਦਾ ਸੀ ਔਰ ਤਾਰੀਖੀ ਇਤਬਾਰ ਨਾਲ ਮਸ਼ਹੂਰ ਗੱਲ ਇਹ ਵੇ ਕਿ ਸੁਲਤਾਨ ਮਸੂਦ ਦੇ ਆਪਣੇ ਹੀ ਬਾਗੀ ਫੌਜੀਆਂ ਨੇ ਉਹਨੂੰ ਇਸੇ ਕਿਲੇ ਦੇ ਵਿੱਚ ਗ੍ਰਿਫਤਾਰ ਕਰਕੇ ਕੈਦ ਕਰ ਲਿਆ ਸੀ, ਜਿਹਨੂੰ ਕਿ ਬਾਅਦ ਦੇ ਵਿੱਚ ਟੈਕਸਲੇ ਦੇ ਨੇੜੇ ਇੱਕ ਦੂਸਰੇ ਕਿਲੇ ਦੇ ਵਿੱਚ ਜਾ ਕੇ ਤੇ ਕਤਲ ਕਰ ਦਿੱਤਾ ਸੀ। ਅੱਛਾ, ਕੁਝ ਅਰਸੇ ਬਾਅਦ ਗਖੜ ਕਬੀਲੇ ਦਾ ਸਰਦਾਰ ਸਾਰੰਗ ਖਾਨ ਜਿਨੇ ਇਸ ਸਰਾਏ ਦੇ ਉੱਤੇ ਕਬਜ਼ਾ ਕੀਤਾ, ਨਾ ਸਿਰਫ ਕਬਜ਼ਾ ਕੀਤਾ ਬਲਕਿ ਕਿਸਮਤ ਮਾੜੀ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਇਸਲਾਮ ਸ਼ਾਹ ਸੂਰੀ ਦੇ ਹੱਥੋਂ ਆਪਣੇ 16 ਪੁੱਤਰਾਂ ਸਮੇਤ ਇਸੇ ਕਿਲੇ ਦੇ ਵਿੱਚ ਮਾਰਿਆ ਗਿਆ ਤੇ ਅੱਜ ਗਖੜ ਕਬੀਲੇ ਦੇ ਉਸ ਸਰਦਾਰ ਦੀ ਕਬਰ ਵੀ ਇਸੇ ਸਰਾਏ ਦੇ ਵਿੱਚ ਮੌਜੂਦ ਹੈ। ਇਹ ਤੁਸੀਂ ਦੇਖ ਰਹੇ ਹੋ, ਇਹ ਮਸਜਿਦ ਹੈ। ਇਸ ਸਰਾਂ ਦੇ ਵਿੱਚੋਂ ਵਿੱਚ 3 ਗੁੰਬਦਾਂ ਵਾਲੀ ਮਸਜਿਦ ਜਿਹੜੀ ਕਿ ਅੱਜ ਵੀ ਆਪਣੀ ਪੂਰੀ ਸ਼ਾਨ ਦੇ ਨਾਲ ਖੜੀ। ਥੋੜੀ ਬਹੁਤ ਇਹਦੀ ਰੈਨੋਵੇਸ਼ਨ ਕੀਤੀ ਗਈ ਹੈ ਤਾਂ ਜੇ ਅੱਜ ਵੀ ਨਮਾਜ਼ੀ ਇੱਥੇ ਨਮਾਜ਼ ਪੜ੍ਹਦੇ। ਅਸੀਂ ਵੀ ਇੱਥੇ ਨਮਾਜ਼ ਪੜ੍ਹੀਏ। ਇਹ ਹੁਣ ਬਾਹਰ ਤੁਸੀਂ ਦੇਖੋਗੇ ਨਾਲੇ ਦੇ ਸੇਨ ਦੇ ਵਿੱਚ ਟਾਈਲਾਂ ਸ਼ਾਇਲਾਂ ਲਾ ਕੇ ਔਰ ਅੱਜ ਦੇ ਦੌਰ ਦੇ ਨਾਲ ਇਹਨੂੰ ਜਦੀਦ ਵੀ ਕੀਤਾ। ਗਰਮੀ ਤੋਂ ਬਚਣ ਵਾਸਤੇ ਜਗ੍ਹਾ ਜਗ੍ਹਾ ਦੇ ਉੱਤੇ ਪੱਖੇ ਲਾਏ ਗਏ ਨੇ ਤਾਂ ਜੇ ਨਮਾਜ਼ੀ ਗਰਮੀਆਂ ਦੇ ਵਿੱਚ ਨਮਾਜ਼ ਪੜ੍ਹ ਸਕਣ। ਇਸੇ ਸੇਨ ਦੇ ਨਾਲ ਅਗਰ ਤੁਸੀਂ ਬਾਹਰ ਦੇਖੋ ਤੇ ਘਾਹ ਲੱਗਾ ਹੋਇਆ ਛੋਟਾ ਜਿਹਾ ਲਾਨ ਹੈ ਜਿਹਦੇ ਵਿੱਚ ਲੋਕ ਬਹਿ ਕੇ ਤੇ ਇਸ ਦੀ ਖੂਬਸੂਰਤੀ ਦਾ ਨਜ਼ਾਰਾ ਕਰਦੇ। ਮਸਜਿਦ ਦੇ ਬਿਲਕੁਲ ਹੀ ਨਾਲ ਇੱਕ ਵੱਡਾ ਮਕਬਰਾ ਹੈ ਜਿਹੜਾ ਅੱਜ ਵੀ ਆਪਣੀ ਪੂਰੀ ਸ਼ਾਨ ਦੇ ਨਾਲ ਖੜਾ ਹੈ ਔਰ ਉਹਦੇ ਵਿੱਚ ਕੁਝ ਕਬਰਾਂ ਮੌਜੂਦ ਹੈ। ਨਾਲ ਇੱਕ ਛੋਟਾ ਮਕਬਰਾ ਹੈ ਜਿਹਦੀ ਛੱਤ ਡਿੱਗ ਗਈ ਹੈ ਤੇ ਲੇਕਿਨ ਕਬਰਾਂ ਦੇ ਅਸਾਰ ਅੱਜ ਵੀ। ਜੇ ਬਗੌਰ ਜਾਇਜ਼ਾ ਲਈਏ
ਕਿ ਸਾਰੰਗ ਖਾਨ ਜਿਹੜਾ ਕਿ ਗਖੜ ਕਬੀਲੇ ਦਾ ਸਰਬਰਾਹ ਸੀ, ਉਹਦੇ ਕੁਝ ਪੁਰਾਣੀਆਂ ਖਬਰਾਂ ਇੱਥੇ ਨੇ। ਰਵਾਤ ਦੀ ਇਸ ਰਾਹ ਸਾਨੂੰ ਇਹ ਦੱਸਦੀ ਹੈ ਕਿ ਦੁਨੀਆ ਦੇ ਉੱਤੇ ਤੁਸੀਂ ਜਿੱਡੇ ਮਰਜ਼ੀ ਤਾਕਤਵਰ ਹੋ, ਜਿੱਡੇ ਵੱਡੇ ਮਰਜ਼ੀ ਤੁਸੀਂ ਬਾਦਸ਼ਾਹ ਹੋ, ਇਸ ਰਾਹ ਇਹ ਦੁਨੀਆ ਦੀ ਮਿਸਾਲ ਹੀ ਹੈ ਕਿ ਤੁਸੀਂ ਆਣਾ ਕੁਛ ਵੇਲੇ ਵਾਸਤੇ ਇੱਥੇ ਟਿਕਾਣਾ ਕਰਨਾ, ਸੌਣਾ, ਖਾਣਾ ਪੀਣਾ ਤੇ ਫਿਰ ਤੁਹਾਂ ਅਗਲੇ ਪਾਸੇ ਤੁਰ ਪੈਣਾ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵੱਸਦੇ ਰਹੋ ਤੇ ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ। ਜ਼ਿੰਦਗੀ ਰਹੀ ਜਗ ਜਿਉਂਦਿਆਂ ਦੇ ਮੇਲੇ। ਅੱਲਾ ਸੁਣੇ।